ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਪਹਿਲਾ ਭਾਜਪਾ ਪ੍ਰਧਾਨ ਮਿਲ ਚੁੱਕਾ ਹੈ ਅਤੇ ਉਸ ਦਾ ਨਾਮ ਹੈ ਮਨਜਿੰਦਰ ਸਿੰਘ ਸਿਰਸਾ। ਜੀ ਹਾਂ, ਜਦੋਂ ਮਨਜਿੰਦਰ ਸਿੰਘ ਸਿਰਸਾ ਨੇ ਸ਼ੁੱਕਰਵਾਰ 31 ਦਸੰਬਰ 2021 ਨੂੰ ਸ਼ਾਮ ਨੂੰ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲੈਣ ਦਾ ਹਵਾਲਾ ਦਿੰਦੇ ਹੋਏ ਕਿਹਾ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਜ ਅਤੇ ਰਾਜ ਦੀਆਂ ਰਾਜਨੀਤਿਕ ਪਾਰਟੀਆਂ ਇਸ ਨੂੰ ਭਾਜਪਾ ਦੇ ਵੱਲੋਂ ਪੰਜਾਬ ਦੇ ਚੋਣ ਮੈਦਾਨ ਦੇ ਵਿੱਚ ਪੈਰ ਜਮਾਉਣ ਦੇ ਵਾਸਤੇ ਇੱਕ ਘਿਨੌਣੀ ਸਾਜ਼ਿਸ਼ ਦੇ ਵਜੋਂ ਵੇਖ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦੇ ਵਜੋਂ 4 ਸਾਲ ਤੱਕ ਪ੍ਰਧਾਨ ਦੇ ਅਹੁਦੇ ਤੇ ਰਹੇ ਸਿਰਸਾ ਨੇ ਪਿਛਲੇ ਸਾਲ ਅਗਸਤ ਦੇ ਵਿੱਚ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਪੰਜਾਬੀ ਬਾਗ ਤੋਂ ਸੀਟ ਹਾਰਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਉਸ ਸਮੇਂ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਸੀ। ਇਸ ਦੌਰਾਨ ਉਹ 1 ਦਸੰਬਰ 2021 ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਏ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਅਤੇ ਹੁਣ ਆਪਣੇ ਕਾਗਜ਼ ਦਾਖਲ ਕਰਨ ਦੇ ਲਗਭਗ 1 ਮਹੀਨੇ ਦੇ ਬਾਅਦ ਸਿਰਸਾ ਨੇ 1 ਜਨਵਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਤੋਂ 1 ਦਿਨ ਪਹਿਲਾਂ ਤਕਨੀਕੀ ਅਤੇ ਕਾਨੂੰਨੀ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਇਸ ਦੌਰਾਨ ਪਿਛਲੇ ਸਾਲ ਅਗਸਤ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ਅਜੇ ਬਣੀ ਹੈ। ਇਸ ਦਾ ਗਠਨ ਵੀ ਕੀਤਾ ਜਾਵੇ, ਇਸ ਦੇ ਬਾਰੇ ਵਿੱਚ ਵੀ ਉਹਨਾਂ ਦੇ ਵੱਲੋਂ ਗੱਲ ਅੱਗੇ ਆ ਚੁੱਕੀ ਹੈ। ਹਾਲਾਂਕਿ ਆਪਣੇ ਬਚਾਓ ਦੇ ਵਿੱਚ ਸਿਰਸਾ ਨੇ ਕਿਹਾ ਹੈ ਕਿ ਉਹ ਸਿਰਫ ਇਹ ਯਕੀਨੀ ਬਣਾਉਣ ਦੇ ਵਾਸਤੇ ਆਪਣਾ ਅਸਤੀਫਾ ਵਾਪਸ ਲੈ ਰਹੇ ਨੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਸ਼ਾਸਨ ਅਤੇ ਇਸ ਦੇ ਕੰਮ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ। ਮੌਜੂਦਾ ਹਾਲਾਤਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਸਿਸਟਮ ਦੇ ਢਹਿ-ਢੇਰੀ ਹੋਣ ਦੇ ਮੱਦੇਨਜ਼ਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਦਾ ਭੁਗਤਾਨ ਨਾ ਕਰਨਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਟਾਫ ਨੂੰ ਗੁਰਪੁਰਬ ਦੀ ਤਨਖਾਹ ਯਾਨੀ ਕਿ ਬੋਨਸ ਅਤੇ ਸਕਾਲਰਸ਼ਿਪ ਦਾ ਭੁਗਤਾਨ ਨਹੀਂ ਕੀਤਾ ਗਿਆ। ਸਟਾਫ ਦੇ ਬੱਚਿਆਂ ਲਈ ਅਤੇ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੀ ਸ਼ੁਰੂਆਤ ਨੂੰ ਵੇਖਦੇ ਹੋਏ ਜਿਸ ਵਿੱਚ ਬਾਲਾ ਸਾਹਿਬ ਹਸਪਤਾਲ ਨੂੰ ਤਿਆਰ ਕਰਨਾ ਵੀ ਮਹੱਤਵਪੂਰਨ ਹੈ, ਸਥਿਤੀ ਦੇ ਨਾਲ ਨਜਿੱਠਣਾ ਮਹੱਤਵਪੂਰਨ ਬਣ ਗਿਆ ਹੈ। ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੈਸੀਅਤ ਦੇ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਆਪ ਆਖਿਆ ਹੈ, ਸਿੱਖਾਂ ਦੀ ਜਿਹੜੀ ਕਮੇਟੀ ਆ ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਦਿੱਲੀ ਦੇ ਸਿੱਖਾਂ ਦੀ ਕਮੇਟੀ ਬਣੀ, ਇਹਦੇ ਵਾਸਤੇ ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਕੋਸ਼ਿਸ਼ ਕੀਤੀ ਆ। ਸੋ ਮੈਂ ਦੁਬਾਰਾ ਤੋਂ ਕਲੈਰੀਫਾਈ ਕਰਦਾ ਕਿਉਂਕਿ ਕੱਲ ਵੀ ਮੀਡੀਆ 'ਚ ਗੱਲਾਂ ਕਹੀਆਂ ਗਿਆ ਕਿ 1 ਤਰੀਕ ਤੋਂ ਲੈ ਕੇ ਹੁਣ ਤੱਕ ਵੀ ਮੈਂ ਹੀ ਪ੍ਰਧਾਨ ਆ। ਜਦੋਂ ਮੈਂ ਰਿਜ਼ਾਈਨ ਕਰਤਾ ਮੇਰਾ ਰਿਜ਼ਾਈਨ ਐਕਸੈਪਟ ਨਹੀਂ ਹੋ ਸਕਦਾ ਸੀ ਕਿਉਂਕਿ ਜਨਰਲ ਹਾਊਸ ਨਹੀਂ ਸੀ। ਇਹਨਾਂ ਸਾਰੀਆਂ ਟੈਕਨੀਕਲ ਪ੍ਰੋਬਲਮਸ ਨੂੰ ਖਤਮ ਕਰਨ ਵਾਸਤੇ, ਬੈਂਕਾਂ ਨੂੰ ਜਾਣਕਾਰੀ ਦੇਣ ਵਾਸਤੇ, ਸਰਕਾਰਾਂ ਨੂੰ ਜਾਣਕਾਰੀ ਦੇਣ ਵਾਸਤੇ ਮੈਂ ਆਪਣਾ ਰੈਜ਼ਿਗਨੇਸ਼ਨ ਵਿਡਰੋਲ ਤਾਂ ਲਿਖ ਕੇ ਭੇਜਿਆ ਸੀ ਕਿ ਟੈਕਨੀਕਲੀ ਮੈਂ ਹੀ ਹੁਣ ਤਾਈਂ ਪ੍ਰਧਾਨ ਆ, ਇਸ ਕਰਕੇ ਮੈਂ ਕਲੈਰੀਫਿਕੇਸ਼ਨ ਦੇ ਰਿਹਾ। ਔਰ ਅੱਜ ਡਾਇਰੈਕਟਰ ਨੂੰ ਅਸੀਂ ਪੁੱਛਿਆ ਸੀ ਕਿ ਕਿਆ ਰਿਜ਼ਾਈਨ ਐਕਸੈਪਟ ਹੋ ਸਕਦਾ, ਉਹਨੇ ਮਨਾ ਕਰ ਦਿੱਤਾ। ਨਾ ਰਿਜ਼ਾਈਨ ਐਕਸੈਪਟ ਹੋ ਸਕਦਾ ਹੈ ਔਰ ਨਾ ਹੀ ਪਾਵਰ ਡੈਲੀਗੇਟ ਕੀਤੀ ਜਾ ਸਕਦੀ ਹੈ। ਸੋ 5 ਤਰੀਕ ਨੂੰ ਮੈਂਬਰ ਐਗਜ਼ੈਕਟਿਵ ਦੀ ਮੈਂਬਰ ਦੀ ਮੀਟਿੰਗ ਆ, ਨੋਮੀਨੇਸ਼ਨ ਦੀ ਇੱਕ, ਔਰ ਉਸ ਤੋਂ ਬਾਅਦ ਕੋਆਪਸ਼ਨ ਤੋਂ ਬਾਅਦ ਅਗਲੇ 15 ਦਿਨਾਂ ਬਾਅਦ 20 ਤਰੀਕ ਨੂੰ ਇਹ ਹਾਊਸ ਬਣੂਗਾ। ਸੋ ਉਦੋਂ ਤੱਕ ਲਈ ਜਿਹੜਾ ਕਾਰੋਬਾਰ ਮੈਂ ਸੰਭਾਲਦਾ ਪਿਆ ਇਸੇ ਤਰੀਕੇ ਸੰਭਾਲੂੰਗਾ। ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ 2 ਵਾਰ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਸਿਰਸਾ ਨੇ ਇਹ ਵੀ ਕਿਹਾ ਹੈ ਕਿ ਕਾਨੂੰਨ ਦੇ ਅਨੁਸਾਰ ਅਸਤੀਫਾ ਪ੍ਰਵਾਨ ਕਰਨ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੂੰ ਬੁਲਾਉਣ ਦੇ ਵਿੱਚ ਅਸਮਰਥਾ ਕਾਰਨ ਉਹਨਾਂ ਨੇ ਤੁਰੰਤ ਪ੍ਰਭਾਵ ਨਾਲ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇੱਥੇ ਉਹਨਾਂ ਨੇ ਕੰਮਕਾਜ ਦੇ ਬਾਰੇ ਵਿੱਚ ਵੀ ਗੱਲ ਕਹੀ ਹੈ। ਉਹਨਾਂ ਆਪਣੇ ਬਿਆਨ ਦੀ ਸਮਾਪਤੀ ਦੇ ਵਿੱਚ ਇਹ ਕਹਿ ਕੇ ਕੀਤੀ ਹੈ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਪ੍ਰਬੰਧਕੀ ਕਮੇਟੀ ਦੇ ਗਠਨ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਭਾਜਪਾ ਸਰਕਾਰ ਦੇ ਵੱਲੋਂ ਸਿਰਸਾ ਨੂੰ ਹਾਲ ਹੀ ਦੇ ਵਿੱਚ Z ਸਿਕਿਉਰਿਟੀ, ਜੀ ਹਾਂ Z ਸਿਕਿਉਰਿਟੀ ਨਹੀਂ Z+ ਸਿਕਿਉਰਿਟੀ ਪ੍ਰਦਾਨ ਕੀਤੀ ਗਈ ਹੈ। ਹੁਣ ਇਸ ਦੇ ਉੱਪਰ ਸਿਆਸੀ ਪ੍ਰਤੀਕਰਮ ਜਿਹੜੇ ਹੈਗੇ ਨੇ, ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ, ਜਿੱਥੇ ਕਿ ਸਿਰਸਾ ਦੇ ਵੱਲੋਂ ਪ੍ਰਧਾਨ ਵਜੋਂ ਆਪਣਾ ਅਸਤੀਫਾ ਵਾਪਸ ਲੈਣ ਦੇ ਤਾਜ਼ਾ ਕਦਮ ਨੇ ਸਾਰੇ ਬੋਰਡ ਦੇ ਵਿੱਚ ਭਰਵੱਟੇ ਉਠਾ ਦਿੱਤੇ ਨੇ। ਸਿਆਸੀ ਪਾਰਟੀਆਂ ਨੇ ਦੋਸ਼ ਲਗਾਇਆ ਹੈ ਕਿ ਇਹ ਭਾਜਪਾ ਦੇ ਇਸ਼ਾਰੇ ਦੇ ਉੱਪਰ ਕੀਤਾ ਗਿਆ ਇੱਕ ਕਦਮ ਹੈ ਜੋ ਕਿ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਲਿਆ ਗਿਆ ਹੈ, ਜੋ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੋਣ ਵਾਲੀਆਂ ਅਹਿਮ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਤੋਂ ਕਿਸਾਨਾਂ ਦੇ ਪ੍ਰਦਰਸ਼ਨਾਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਦੋਂ ਤੋਂ ਸੂਬੇ ਦੇ ਵਿੱਚ ਭਾਜਪਾ ਦੀਆਂ ਸੰਭਾਵਨਾਵਾਂ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੀਆਂ ਨੇ ਅਤੇ ਇਹ ਜੋ ਕਦਮ ਇਸ ਵਕਤ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਚੁੱਕਾ ਜਾ ਰਿਹਾ ਹੈ, ਇਹ ਉਸ ਕਦਮ ਦੇ ਉੱਪਰ ਮੱਲਮ ਲਗਾਉਣ ਦੇ ਵਾਸਤੇ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਦੋਸ਼ ਦੀ ਅਗਵਾਈ ਕਰਦੇ ਹੋਏ ਅਕਾਲੀ ਦਲ ਨੇ ਇਸ ਨੂੰ ਸਿੱਖ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਕਰਾਰ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਦੀ ਭਾਜਪਾ ਦੀ ਕੋਸ਼ਿਸ਼ ਤੱਕ ਕਰਾਰ ਦੇ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਸੀ। ਨੈਸ਼ਨਲ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੀ ਸ਼ਮੂਲੀਅਤ ਪਾਈ ਹੈ
ਔਰ ਉਸ ਤੋਂ ਬਾਅਦ ਜਾਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਦਖਲਅੰਦਾਜ਼ੀਆਂ ਉਸ ਤੋਂ ਬਾਅਦ ਵੀ ਇਸਤੀਫੇ ਤੋਂ ਬਾਅਦ ਕੀਤੀਆਂ ਜਾ ਰਹੀਆਂ, ਅਸੀਂ ਇਹਨਾਂ ਨੂੰ ਜਾ ਕੇ ਰਿਕੁਐਸਟ ਕੀਤਾ ਔਰ ਇਹਨਾਂ ਨੂੰ ਸਪੈਸ਼ਲੀ ਚੰਡੀਗੜ੍ਹ ਤੋਂ ਪੰਜਾਬ ਤੋਂ ਵਾਪਸ ਬੁਲਾਇਆ। ਹਾਲਾਂਕਿ ਦਿੱਲੀ 'ਚ ਨਹੀਂ ਰਹਿ ਰਹੇ, ਮਗਰ ਇਸ ਪ੍ਰਬੰਧ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਨੂੰ ਅਸੀਂ ਬੁਲਾਇਆ। ਔਰ ਨਾਲ ਹੀ ਅੱਜ ਦੀ ਜਿਹੜੀ ਇਸ ਮੀਟਿੰਗ ਦੇ ਵਿੱਚ ਜਿਹਦੇ ਵਿੱਚ ਸਪੈਸ਼ਲ ਇਨਵਾਈਟੀ ਖਾਸ ਤੌਰ ਤੇ ਸਰਦਾਰ ਹਰਮਨਜੀਤ ਸਿੰਘ ਜੀ ਔਰ ਸਰਦਾਰ ਅਵਤਾਰ ਸਿੰਘ ਹਿੱਤ ਸਾਹਿਬ ਨੂੰ ਬੁਲਾਇਆ ਕਿ ਇਹਨਾਂ ਦੇ ਦਿਲ 'ਚ ਵੀ ਦਰਦ ਸੀ ਕਿ ਜਿਸ ਤਰੀਕੇ ਦੇ ਨਾਲ ਸਿੱਧੀਆਂ ਇੰਟਰਫੇਰੈਂਸ ਸਰਕਾਰਾਂ ਦੀ ਹੋ ਰਹੀ ਹੈ, ਸਰਕਾਰਾਂ ਦੇ ਵਿੱਚ ਜਾ ਕੇ ਸ਼ਮੂਲੀਅਤ ਪਾ ਕੇ ਇੱਥੇ ਜ਼ਬਰਦਸਤੀ ਕੀਤੀ ਜਾ ਰਹੀ ਹੈ, ਉਹਦੇ ਵਿੱਚ ਦੇਖਣ ਵਾਸਤੇ ਅੱਜ ਸਾਰੀ ਸਮੁੱਚੀ ਕੌਮ ਦਰਦੀ ਸਾਰੇ ਇਕੱਠੇ ਹੋਏ ਨੇ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਸਪਸ਼ਟ ਹੈ ਕਿ ਸਿਰਸਾ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫਾ ਵਾਪਸ ਲੈਣ ਦਾ ਤਾਜ਼ਾ ਕਦਮ ਭਾਜਪਾ ਦੇ ਇਸ਼ਾਰਿਆਂ ਦੇ ਉੱਪਰ ਹੀ ਕੀਤਾ ਗਿਆ ਹੈ। ਧਾਰਮਿਕ ਸੰਸਥਾ ਤੇ ਕਬਜ਼ਾ ਕਰਨ ਦੀ ਇਸ ਬੇਸ਼ਰਮੀ ਦੀ ਕੋਸ਼ਿਸ਼ ਦੇ ਪਿੱਛੇ ਉਹਨਾਂ ਦਾ ਕੀ ਮਨਸ਼ਾ ਹੈ, ਇਸ ਤੋਂ ਕੋਈ ਵੀ ਨਾਵਾਕਿਫ ਨਹੀਂ ਹੈ। ਇਸ ਤੋਂ ਇਲਾਵਾ ਸਿਰਸਾ ਦੇ ਵੱਲੋਂ ਆਪਣੇ ਕਾਗਜ਼ ਦਾਖਲ ਕਰਨ ਅਤੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਦੇ ਕਦਮ ਨੂੰ ਅਨੈਤਿਕ ਕਰਾਰ ਦਿੰਦਿਆਂ ਉਹਨਾਂ ਨੇ ਅੱਗੇ ਕਿਹਾ ਹੈ ਕਿ ਸਿੱਖ ਪੰਥ ਧਾਰਮਿਕ ਪੈਰੋਕਾਰ ਇਸ ਨੂੰ ਕਿਸੇ ਵੀ ਕੀਮਤ ਦੇ ਉੱਪਰ ਬਰਦਾਸ਼ਤ ਨਹੀਂ ਕਰਨਗੇ। ਇਹ ਕਦਮ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਵੀ ਸੀ। ਸਿਰਸਾ ਨੇ ਪੁਰਾਣੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ, ਜੋ ਨਵੀਂ ਕਮੇਟੀ ਬਣਨ ਤੋਂ ਬਾਅਦ ਆਪਣੇ ਆਪ ਖਤਮ ਹੋ ਜਾਵੇਗੀ। ਨਵੀਂ ਕਮੇਟੀ ਜਿਸ ਦੀਆਂ ਚੋਣਾਂ ਕੁਝ ਮਹੀਨੇ ਪਹਿਲਾਂ ਹੀ ਹੋਈਆਂ ਸਨ ਦਾ ਗਠਨ ਪਹਿਲਾਂ ਹੀ ਲਟਕਿਆ ਹੋਇਆ ਹੈ। ਹੁਣ ਨਵੀਂ ਕਮੇਟੀ ਬਣਾਉਣ ਦੀ ਬਜਾਏ ਸਿਰਸਾ ਦੇ ਵੱਲੋਂ ਭਾਜਪਾ ਦੀ ਟੇਢੀ ਹਮਾਇਤ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਜ਼ੋਰ ਪਾਇਆ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਜਿਹੀਆਂ ਬੇਈਮਾਨ ਚਾਲਾਂ ਭਾਜਪਾ ਨੂੰ ਕਿਸੇ ਵੀ ਤਰੀਕੇ ਦੇ ਨਾਲ ਸਹਾਇਤਾ ਨਹੀਂ ਕਰ ਸਕਦੀਆਂ। ਅਸਲ ਦੇ ਵਿੱਚ ਇਹ ਕਦਮ ਸਿੱਖ ਕੌਮ ਨੂੰ ਪਾਰਟੀ ਤੋਂ ਦੂਰ ਕਰ ਦੇਵੇਗਾ। ਭਾਜਪਾ ਨੂੰ ਸਿਰਸਾ ਵਰਗੇ ਪ੍ਰੌਕਸੀਜ਼ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਰੋਕਣਾ ਚਾਹੀਦਾ ਹੈ। ਅਕਾਲੀ ਆਗੂਆਂ ਨੇ ਇਸ ਦੇ ਬਾਰੇ ਵਿੱਚ ਕਾਫੀ ਗੱਲਾਂ ਹੋਰ ਵੀ ਆਖੀਆਂ। ਬੜੇ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਦੀ ਸ਼ਹਿ ਦੇ ਉੱਤੇ ਅੱਜ ਇੱਕ ਵਾਰੀ ਫਿਰ ਦਿੱਲੀ ਕਮੇਟੀ ਉੱਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ। ਇਹ ਬਹੁਤ ਹੀ ਕੇਂਦਰ ਸਰਕਾਰ ਦੀ ਕੋਝੀ ਹਰਕਤ ਕਿ ਸਿਰਸਾ ਸਾਹਿਬ ਦਾ 1 ਮਹੀਨਾ ਪਹਿਲਾਂ ਦਿੱਤਾ ਹੋਇਆ ਅਸਤੀਫਾ ਵਾਪਸ ਲੈ ਕੇ ਉਹਨਾਂ ਨੂੰ ਪ੍ਰਧਾਨ ਥਾਪਿਆ ਜਾ ਰਿਹਾ, ਜਦੋਂ ਕਿ ਕਮੇਟੀ ਦੀ ਚੋਣ ਹੋ ਚੁੱਕੀ ਹੈ। ਚੁਣੇ ਹੋਏ ਮੈਂਬਰ ਬਾਹਰ ਬੈਠੇ ਹੋਏ ਆ, ਜਾਣ ਬੁੱਝ ਕੇ ਉਹਨਾਂ ਦੀ ਚੋਣ ਜਿਹੜੀ ਹੈ ਉਹ ਪੂਰੀ ਨਹੀਂ, ਮੁਕੰਮਲ ਨਹੀਂ ਹੋਣ ਦਿੱਤੀ ਜਾ ਰਹੀ, ਪ੍ਰਧਾਨ ਦੀ ਚੋਣ ਨਹੀਂ ਹੋਣ ਦਿੱਤੀ ਜਾ ਰਹੀ। ਇਸ ਤਰ੍ਹਾਂ ਦਾ ਸਿੱਧਾ ਦਖਲ ਜਿਹੜਾ ਕੇਂਦਰ ਸਰਕਾਰ ਦਾ ਔਰ ਭਾਰਤੀ ਜਨਤਾ ਪਾਰਟੀ ਦਾ, ਇਹਨੂੰ ਸਿੱਖ ਸੰਗਤ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ। ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਹਾਊਸ ਚੁਣਿਆ ਗਿਆ, ਮੈਂਬਰਾਂ ਦਾ ਅਧਿਕਾਰ ਹੈ ਉਹ ਜਿਹਨੂੰ ਮਰਜ਼ੀ ਪ੍ਰਧਾਨ ਚੁਣ, ਲੇਕਿਨ ਕਿਸੇ ਵੀ ਤਰੀਕੇ ਸਿਰਸਾ ਸਾਹਿਬ ਦਾ ਕਬਜ਼ਾ ਨਹੀਂ ਕਰਾਇਆ ਜਾਣਾ। ਇਸ ਤੋਂ ਇਲਾਵਾ ਚੰਡੀਗੜ੍ਹ ਸਥਿਤ ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਮਨਜਿੰਦਰ ਸਿੰਘ ਸਿਰਸਾ ਦੇ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਕਬਜ਼ਾ ਕਰ ਰਹੀ ਹੈ, ਜੋ ਕਿ ਕਿਤੇ ਨਾ ਕਿਤੇ ਸੱਚ ਹੁੰਦਾ ਹੋਇਆ ਜ਼ਾਹਿਰ ਵੀ ਹੋ ਰਿਹਾ ਹੈ। ਜਿੱਥੇ ਕਿ ਜਗਤਾਰ ਸਿੰਘ ਨੇ ਅੱਗੇ ਕਿਹਾ ਹੈ ਕਿ ਸਿਰਸਾ ਦੇ ਸਹਿਯੋਗ ਨੂੰ ਵੀ ਦਿੱਲੀ ਸਿੱਖ ਗੁਰਦੁਆਰਾ ਕਮਿਸ਼ਨ ਨੇ ਰੱਦ ਕੀਤਾ ਸੀ। ਉਹਨਾਂ ਨੇ ਕਿਹਾ ਹੈ ਕਿ ਇੱਕ ਅਜੀਹਾ ਵਿਅਕਤੀ ਜੋ ਪੰਜਾਬੀ ਵਿੱਚ ਵੀ ਨਹੀਂ ਲਿਖ ਸਕਦਾ, ਜੋ ਹਾਲ ਹੀ ਦੇ ਵਿੱਚ ਹੋਇਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਵਿੱਚ ਹਾਰ ਗਿਆ ਸੀ, ਨੇ ਮੁੜ ਤੋਂ ਸਿੱਖ ਸੰਸਥਾ ਦਾ ਕਾਰਜਭਾਰ ਸੰਭਾਲਿਆ ਹੈ, ਜੋ ਬਹੁਤ ਸਾਰੇ ਸਵਾਲ ਜਿਹੜੇ ਹੁੰਦੇ ਨੇ ਉਹ ਖੜੇ ਵੀ ਕਰਦਾ ਹੈ। ਇਸ ਤੋਂ ਇਲਾਵਾ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਸਿਰਸਾ ਨੂੰ ਗੱਦਾਰ ਕਰਾਰ ਦਿੰਦੇ ਹੋਏ ਕਹਿੰਦੇ ਨੇ ਕਿ ਇਹ ਸਿਰਸਾ ਦਾ ਸੱਤਾ ਦੀ ਲਾਲਚ ਸੀ ਕਿ ਉਸਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਵਾਪਸ ਲੈ ਲਿਆ ਹੈ। ਉਹਨਾਂ ਨੇ ਕਿਹਾ ਹੈ ਕਿ ਜਿਵੇਂ ਕਿ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਸਤੀਫੇ ਦੇ ਵਿੱਚ ਕੋਈ ਤਕਨੀਕੀ ਗੱਲ ਜੋ ਕਹੀ ਸੀ ਉਹ ਸ਼ਾਮਿਲ ਨਹੀਂ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਬਾਠ ਨੇ ਪਹਿਲਾਂ ਹੀ ਭਲਕੇ 1 ਜਨਵਰੀ 2022 ਨੂੰ ਬਾਅਦ ਦੁਪਹਿਰ 3 ਵਜੇ ਕਾਰਜਕਾਰਨੀ ਦੀ ਮੀਟਿੰਗ ਸੱਦ ਲਈ ਹੈ। ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੇ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਕਤੀ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਦੇ ਕੋਲ ਜਾਣੀ ਚਾਹੀਦੀ ਸੀ, ਪਰ ਜਦੋਂ ਸਿਰਸਾ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਸ਼ਕਤੀ ਕਾਰਾਂ ਅਤੇ ਕਰਮਚਾਰੀਆਂ ਦੀ ਫਲੀਟ ਖਤਮ ਹੋ ਗਿਆ ਹੈ ਤਾਂ ਉਸਨੇ ਆਪਣਾ ਅਸਤੀਫਾ ਵਾਪਸ ਲੈ ਲਿਆ। ਉਸਨੇ ਇਸ ਦੇ ਬਾਰੇ ਵਿੱਚ ਕਾਫੀ ਮੰਥਨ ਵੀ ਕੀਤਾ ਸੀ। ਸਿੱਖ ਭਾਈਚਾਰੇ ਦੇ ਵੱਲੋਂ ਭਾਜਪਾ ਦੇ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਦੇ ਉੱਪਰ ਮਨਜੀਤ ਸਿੰਘ ਜੀ ਕੇ ਨੇ ਕਿਹਾ ਹੈ ਕਿ ਭਾਜਪਾ ਅਜਿਹੇ ਸਮੇਂ ਅਜਿਹੀ ਗਲਤੀ ਨਹੀਂ ਕਰੇਗੀ ਜਦੋਂ ਚੋਣਾਂ ਬਹੁਤ ਜ਼ਿਆਦਾ ਨਜ਼ਦੀਕ ਨੇ। ਉਹਨਾਂ ਨੇ ਕਿਹਾ ਹੈ ਕਿ ਇਸ ਦੇ ਬਜਾਏ ਭਾਜਪਾ ਅਜਿਹੇ ਫੈਸਲੇ ਲਵੇ ਜਿੱਥੇ ਕਿ ਉਸ ਨੂੰ ਖਿੱਚ ਕੇ ਆਪਣੇ ਕੋਲ ਹੀ ਰੱਖੇ, ਕਿਉਂਕਿ ਸਾਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ। ਇਹ ਅਲਫਾਜ਼ ਜੋ ਉਹਨਾਂ ਨੇ ਕਹੇ ਸੀ ਉਹ ਕਹੇ ਸੀ ਮਨਜਿੰਦਰ ਸਿੰਘ ਸਿਰਸਾ ਦੇ ਬਾਰੇ ਵਿੱਚ। ਕੱਲ ਇੱਕ ਮੀਟਿੰਗ ਬੁਲਾਈ ਗਈ ਸਰ ਹਰਬੀਰ ਸਿੰਘ ਕਾਲਕਾ ਜਿਹੜੇ ਜਨਰਲ ਸੈਕਟਰੀ ਨੇ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਅਸਤੀਫਾ ਦੇ ਕੇ ਚਲੇ ਗਏ ਸੀਗੇ 1 ਦਸੰਬਰ ਨੂੰ,
ਔਰ ਬੀਜੇਪੀ ਜੁਆਇਨ ਕਰ ਲਈ ਸੀਗੀ। ਔਰ ਜਦੋਂ ਇਹ ਮੀਟਿੰਗ ਕੱਲ੍ਹ ਵਾਸਤੇ ਬੁਲਾਈ ਗਈ, ਅੱਜ ਪਤਾ ਲੱਗਾ ਹੈ ਕਿ ਸਿਰਸਾ ਸਾਹਿਬ ਨੂੰ ਗੁਰਦੁਆਰਾ ਕਮੇਟੀ ਨਾਲ ਕਿੱਡਾ ਪਿਆਰ ਹੈ। ਗੁਰਦੁਆਰਾ ਕਮੇਟੀ ਦੀ ਤਾਕਤ ਤੋਂ ਬਗੈਰ ਉਹ ਸਰਵਾਈਵ ਨਹੀਂ ਕਰ ਸਕਦੇ। ਪੁਰਾਣੇ ਮੈਂਬਰ ਔਰ ਨਵੇਂ ਜਿੱਤੇ ਮੈਂਬਰਾਂ ਦਾ ਪੁਰਾਣੀ ਕਮੇਟੀ 'ਚ ਕੋਈ ਲੈਣ ਦੇਣ ਨਹੀਂ ਹੈ। ਅੱਜ ਜੁਆਇੰਟਲੀ ਚਿੱਠੀ ਸਾਈਨ ਕਰਦੇ ਨੇ ਕਿ ਸਿਰਸਾ ਸਾਹਿਬ ਤੁਹਾਡੇ ਤੋਂ ਬਗੈਰ ਗੁਜ਼ਾਰਾ ਨਹੀਂ। ਅਜੀ ਸਿਰਸਾ ਸਾਹਿਬ ਤੋਂ ਬਗੈਰ ਗੁਜ਼ਾਰਾ ਨਹੀਂ, ਪਰ ਪੰਜਾਬੀ ਬਾਗ 'ਚੋਂ ਸਰਨਾ ਸਾਹਿਬ ਨੇ ਪੰਜਾਬੀ ਬਾਗ ਦੀ ਸੰਗਤ ਨੇ ਹਰਾ ਦਿੱਤਾ ਉਸ ਨੂੰ। ਚੋਰੀ ਮੋਰੀ ਨਾਲ ਤੁਸੀਂ ਮੈਂਬਰ ਬਣਨਾ ਚਾਹੁੰਦੇ ਸੀਗੇ ਸੁਖਬੀਰ ਬਾਦਲ ਦੇ ਥਰੂ, ਲੇਕਿਨ ਉੱਥੇ ਵੀ ਕੇਸ 'ਚ ਤੁਹਾਡਾ ਫੈਸਲਾ ਨਹੀਂ ਹੋਇਆ। ਔਰ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡਾ ਕੋਈ ਰਾਹ ਨਹੀਂ ਆ, ਤੁਹਾਡੀਆਂ ਚੋਰੀਆਂ ਫੜੀਆਂ ਜਾ ਰਹੀਆਂ, ਤਾਜੀ FIR ਜਬ ਥਾਣੇ 'ਚ ਤੁਹਾਡੇ ਖਿਲਾਫ ਹੋ ਗਈ ਹੈ, ਤੁਸੀਂ ਜਾ ਕੇ ਬੀਜੇਪੀ ਦੇ ਚਰਨਾਂ 'ਚ ਚਲੇ ਜਾਂਦੇ ਹੋ। ਪਹਿਲੀ ਦਫਾ ਸਰਸਾ ਸਾਹਿਬ ਨੂੰ ਦੇਖਿਆ ਕਿ ਇਹ ਮੈਂਬਰ ਲੈ ਕੇ ਗਵਰਨਮੈਂਟ ਦੇ ਘਰ 'ਚ ਵੜਦੇ ਪਏ ਨੇ ਔਰ ਫਿਰ ਕਹਿੰਦੇ ਨੇ ਕਿ ਮੇਰੀ ਸਰਕਾਰ ਜਿਹੜੀ ਹੈ ਉਹ ਮੋਦੀ ਸਰਕਾਰ ਜਿਹੜੀ ਹੈ ਗੁਰਦੁਆਰਾ ਕਮੇਟੀ ਬਣਾਏਗੀ। ਮੋਦੀ ਸਰਕਾਰ ਨੂੰ ਕੋਈ ਲੋੜ ਨਹੀਂ ਇੰਟਰਫੇਅਰ ਕਰਨ ਦੀ ਗੁਰਦੁਆਰਾ ਕਮੇਟੀ 'ਚ। ਤੁਸੀਂ ਜ਼ੈਡ ਸਿਕਿਉਰਿਟੀ ਲੈ ਕੇ ਮੈਂਬਰਾਂ ਨੂੰ ਧਮਕਾਉਣ ਦੇ ਫੋਨ ਕਰਦੇ ਹੋ ਕਿਸੇ ਨੂੰ ਕਿ ਜੇ ਮੈਨੂੰ ਵੋਟ ਨਾ ਪਾਈ ਤੇ ਮੈਂ ਡਾਂਗ ਨਾਲ ਵੋਟ ਲੈਣੀ ਜਾਣਦਾ ਵਾ। ਪਹਿਲਾ ਐਸਾ ਇੱਕ ਦਲਾਲ ਸਾਨੂੰ ਮਿਲਿਆ ਹੈ ਜਿਹਨੇ ਕਦੀ ਦਲਾਲੀ ਕੀਤੀ ਹੈ ਡੇਰੇ ਨੂੰ ਮਾਫੀ ਦਿਵਾਉਣ ਦੀ, ਕਦੀ ਇਹਨੇ ਦਲਾਲੀ ਕੀਤੀ ਹੈ ਮਜੀਠੀਏ ਔਰ ਕੇਜਰੀਵਾਲ ਦੇ ਵਿਚਕਾਰ ਜਿਹੜਾ ਨਵਾਂ ਖੁਲਾਸਾ ਹੁੰਦਾ ਪਿਆ। ਇਸਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ, ਇਸਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਔਰ ਅੱਜ ਮੈਂ ਕਹਿੰਦਾ ਬੀਜੇਪੀ ਦੀ ਪਿੱਠ 'ਚ ਵੀ ਛੁਰਾ ਮਾਰ ਗਿਆ। ਜਿਹੜਾ ਬੀਜੇਪੀ ਦਾ ਝੰਡਾ ਚੁੱਕ ਕੇ ਸਿਪਾਹ ਸਲਾਰ ਬਣਦਾ ਸੀ ਅੱਜ ਵਾਪਸ ਦਿੱਲੀ ਕਮੇਟੀ 'ਚ ਆ ਗਿਆ, ਕਿਉਂਕਿ ਪਤਾ ਹੈ ਕਿ 25-25 ਬੰਦਿਆਂ ਦਾ ਸਟਾਫ ਤੈਨੂੰ ਨਹੀਂ ਮਿਲਣਾ, ਗੁਰੂ ਘਰ ਦੀਆਂ ਗੱਡੀਆਂ ਤੈਨੂੰ ਨਹੀਂ ਮਿਲਣੀਆਂ ਔਰ ਜਿਹੜੇ ਮੈਂਬਰਾਂ ਤੋਂ ਸਾਈਨ ਕਰਾ ਰਹੇ ਉਹਨਾਂ ਨੂੰ ਪਤਾ ਕਿ ਉਹ ਇੱਕ ਦਿਨ ਵੀ ਗੁਰਦੁਆਰਾ ਕਮੇਟੀ ਤੋਂ ਬਗੈਰ ਸਰਵਾਈਵ ਨਹੀਂ ਕਰ ਸਕਦੇ। ਜੇ ਉਹਨਾਂ ਦੀਆਂ ਚੇਅਰਮੈਨੀਆਂ, ਉਹਨਾਂ ਦੀਆਂ ਗੱਡੀਆਂ, ਉਹਨਾਂ ਦਾ ਸਟਾਫ ਵਾਪਸ ਲਿਆ ਜਾਵੇ। ਜੇ ਤੂੰ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਸਰਕਾਰੀ ਸਕੂਲਾਂ 'ਚ ਨੌਕਰੀਆਂ ਦੇ ਦਿੱਤੀਆਂ ਜਿਹੜੇ ਏਡਡ ਸਕੂਲ ਨੇ, ਮੈਂ ਸਮਝਦਾ ਕਿ ਸਾਰੇ ਨੋਰਮਸ ਇਸ ਬੰਦੇ ਨੇ ਤੋੜੇ ਨੇ। ਪੰਥ ਨਾਲ ਹਮੇਸ਼ਾ ਧਰੋਹ ਕੀਤਾ। ਇਸਨੇ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ ਅੱਜ ਬੀਜੇਪੀ ਦਾ ਨਾਮ ਯੂਜ਼ ਕਰਦਾ, ਜਦਕਿ ਬੀਜੇਪੀ ਦਿੱਲੀ ਗੁਰਦੁਆਰਾ ਕਮੇਟੀ ਜਾਂ ਕਿਸੇ ਵੀ ਧਾਰਮਿਕ ਕਮੇਟੀ ਦੇ ਮੇਰੀ ਨੌਲੇਜ ਦੇ ਹਿਸਾਬ ਨਾਲ ਨੇੜੇ ਆਉਣ ਨੂੰ ਵੀ ਤਿਆਰ ਨਹੀਂ। ਮੈਂ ਇਹ ਸਮਝਦਾ ਵਾਂ ਕਿ ਕੱਲ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ 'ਚ ਹੈ ਉਹਦੇ 'ਚ ਇਹਦੀਆਂ ਪਾਵਰਾਂ ਲਈਆਂ ਜਾਣੀਆਂ ਸੀਗੀਆਂ। ਪਾਵਰਾਂ ਅਸੀਂ ਇਹਨਾਂ ਨਹੀਂ ਲੈਣੀਆਂ ਸੀ, ਤੁਸੀਂ ਖੁਦ ਲਿਖ ਕੇ ਦਿੱਤੀਆਂ ਨੇ। ਮੈਂ ਕਹਿੰਦਾ ਸਰਸਾ ਜੀ ਮੌਕਾ ਜੇ ਥੁੱਕ ਕੇ ਚੱਟ ਲਓ, ਚਿੱਠੀ ਵਾਪਸ ਦਿਓ ਨਾ ਕਿ ਮੈਂ ਵਾਪਸ ਦਿੱਲੀ ਕਮੇਟੀ ਦਾ ਪ੍ਰਧਾਨ ਆਪਣੇ ਆਪ ਨੂੰ ਮੰਨਦਾ ਵਾਂ, ਮੈਂ ਆਪਣਾ ਅਸਤੀਫਾ ਕੈਂਸਲ ਕਰਦਾ ਵਾਂ। ਹਾਲਾਂਕਿ ਇੱਕ ਹੋਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਸੰਗਤ ਚੇਲੇ ਸ਼ੱਕੀ ਸਨ ਕਿ ਭਾਜਪਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ, ਪਰੰਤੂ ਹੁਣ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਆਪਣੇ ਆਪ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਲਕਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੋਈ ਵੀ ਸਿੱਖ ਕਦੇ ਵੀ ਭਾਜਪਾ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ। ਭਗਵਾ ਪਾਰਟੀ ਨੂੰ ਇਸ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਟ ਨੇ ਮੀਟਿੰਗ ਬੁਲਾਈ ਹੈ ਅਤੇ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ। ਨਹੀਂ, ਅਸੀਂ ਉਹਨਾਂ ਦੀ ਜਿਹੜੀ ਉਹ ਮੀਟਿੰਗ ਬੁਲਾਈ ਉਹਨੂੰ ਨਲ ਐਂਡ ਵੋਇਡ ਕਰਦੇ ਆ। ਸਾਰੀ ਮੀਟਿੰਗ ਦੇ ਜਦ ਐਗਜ਼ੈਕਟਿਵ ਦੀ ਮੈਜੋਰਟੀ ਇੱਥੇ ਬੈਠੀ ਹੈ ਤੇ ਬਿਲਕੁਲ ਉਹਨਾਂ ਦੀ ਮੀਟਿੰਗ ਹੈ ਨਲ ਐਂਡ ਵੋਇਡ ਹੈ। ਅਗਰ 4 ਬੰਦੇ, ਮੇਰੇ ਖਿਆਲ 4 ਵੀ ਨਹੀਂ ਨੇ, 3 ਬੰਦੇ ਉੱਥੇ ਬੈਠੇ ਨੇ, ਕਿਉਂਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਇਸਤੀਫਾ ਦੇ ਚੁੱਕੇ ਨੇ। ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਹੋਇਆ ਉਹਨਾਂ ਨੇ ਕਿ ਮੈਂ ਇਸਤੀਫਾ ਦੇ ਚੁੱਕਾ ਹੋਇਆ ਔਰ ਉਹਨਾਂ ਉਸ ਕਰਕੇ ਹੀ ਇਹਨਾਂ ਦਾ ਕੇਸ ਵਾਪਸ ਹੋਇਆ ਸੀ, ਜਿਹੜਾ ਇਹਨਾਂ ਦਾ ਨੋਮੀਨੇਸ਼ਨ ਦਾ ਕੇਸ ਸੀ। ਸੋ ਹਰ ਪਾਸੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡਣ ਜਾਣ ਤੋਂ ਬਾਅਦ ਅੱਜ ਕਿਹੜਾ ਮੂੰਹ ਉਹਨਾਂ ਦਾ ਜਾਗਿਆ, ਕਿਹੜੇ ਉਹਨਾਂ ਤੇ ਜਾਂ ਉਹਨਾਂ ਨੂੰ ਸਰਕਾਰਾਂ ਵੱਲੋਂ ਕਿਹਾ ਗਿਆ, ਇਹਦੀ ਸਫਾਈ ਵੀ ਬੀਜੇਪੀ ਨੂੰ ਦੇਣੀ ਚਾਹੀਦੀ ਹੈ ਕਿ ਉਹਨਾਂ ਦਾ ਭੇਜਿਆ ਹੋਇਆ ਬੰਦਾ ਜਾਂ ਆਪਣੀ ਮਰਜ਼ੀ ਨਾਲ ਇੱਥੇ ਆ ਕੇ ਬੈਠੇ। ਇਸ ਦੇ ਨਾਲ ਹੀ ਅਗਲਾ ਪੱਖ ਇੱਥੇ ਪੇਸ਼ ਕੀਤਾ ਜਾ ਸਕਦਾ ਹੈ, ਜਿੱਥੇ ਕਿ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜਦੋਂ ਤੋਂ ਉਹ ਭਾਜਪਾ ਦੇ ਵਿੱਚ ਜਾ ਕੇ ਰਲੇ ਨੇ, ਤਾਂ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਸਿੱਖ ਧਰਮ ਦੀ ਰਾਜਨੀਤੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਾਲ ਹਿੱਸਾ ਰੱਖਣਾ ਉੱਥੋਂ ਦੇ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ। ਇਸੇ ਕਰਕੇ ਕਈ ਵੱਡੇ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਇਸ਼ਾਰੇ ਕਰਕੇ ਇਸ ਦੇ ਬਾਰੇ 'ਚ ਅਗਾਹ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਗਲੀ ਗੱਲ ਇਹ ਹੈ ਕਿ ਉਹਨਾਂ ਦੇ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਗਿਆ ਹੈ, ਜਦੋਂ ਕਿ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੀ
ਕਿਹਾ ਗਿਆ ਹੈ ਕਿ ਉਹ ਆਪਣੇ ਅਸਤੀਫੇ ਨੂੰ ਵਾਪਸ ਲੈਣਾ ਚਾਹੁੰਦੇ ਨੇ। ਪਰੰਤੂ ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਰੀ ਦੀ ਸਾਰੀ ਗੱਲਬਾਤ ਦੇ ਉੱਪਰ ਕਿਸ ਪ੍ਰਕਾਰ ਦੇ ਨਾਲ ਘਟਨਾਕ੍ਰਮ ਬਣੇਗਾ ਜਾਂ ਫਿਰ ਨਹੀਂ, ਜਾਂ ਫਿਰ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਕਿਸੇ ਹੋਰ ਪ੍ਰਕਾਰ ਦੀ ਕੋਈ ਖਾਸ ਦੁਵੱਲੀ ਸਕੀਮ ਆਰੰਭੀ ਜਾਵੇਗੀ, ਇਸ ਦੇ ਬਾਰੇ ਵਿੱਚ ਕੁਝ ਵੀ ਕਿਹਾ ਨਹੀਂ ਜਾ ਸਕਦਾ। ਤਾਂ ਤੁਸੀਂ ਇਸ ਸਾਰੇ ਦੇ ਸਾਰੇ ਮਾਮਲੇ ਬਾਰੇ ਕੀ ਸੋਚਦੇ ਹੋ? ਇਸ ਦੇ ਬਾਰੇ ਚ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਦੱਸਣਾ ਬਿਲਕੁਲ ਵੀ ਨਾ ਭੁੱਲਣਾ ਅਤੇ ਜ਼ਿਆਦਾ ਜਾਣਕਾਰੀ ਦੇ ਵਾਸਤੇ ਜੁੜੇ ਰਹੋ ਸਾਡੇ ਨਾਲ YouTube ਅਤੇ Facebook ਦੇ ਉੱਪਰ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।